ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ FYI ਮੀਡੀਆ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ। ਜਿਵੇਂ ਜਿਵੇਂ ਇਕਨੋਮੀ ਰੀਓਪਨ ਹੋ ਰਹੀ ਹੈ, ਉਵੇਂ ਉਵੇਂ ਕਰੋਨਾ ਵਾਇਰਸ ਦੇ ਕੇਸ ਵੱਧ ਰਹੇ ਨੇ ਤੇ ਨਾਲ ਹੁਣ ਅਮਰੀਕਾ ਦੀ ਜੇ ਸਥਿਤੀ ਦੀ ਗੱਲ ਕਰੀਏ ਤਾਂ ਉੱਥੇ ਬਹੁਤ ਜ਼ਿਆਦਾ ਮਾਮਲੇ ਵੱਧ ਗਏ ਨੇ ਤੇ ਨਾਲ ਮੌਤਾਂ ਦੀ ਗਿਣਤੀ ਵੀ ਵੱਧ ਰਹੀ ਹੈ। ਹੁਣ ਉੱਥੇ ਕੀ ਸਥਿਤੀ ਹੈ ਤੇ ਨਾਲ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਸਾਨੂੰ ਬਹੁਤ ਸਾਰੀਆਂ ਸਿਹਤ ਸੰਬੰਧੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਉਹਦੇ ਵਿੱਚੋਂ ਇੱਕ ਅਕਸਰ ਅਸੀਂ ਸੁਣਦੇ ਹਾਂ ਸਾਈਨਸ, ਕਿ ਮੈਨੂੰ ਸਾਈਨਸ ਹੋ ਗਿਆ, ਸਾਈਨਸ ਦੀ ਬਿਮਾਰੀ ਹੈਗੀ ਹੈ। ਕੀ ਹੈ ਉਹ ਬਿਮਾਰੀ, ਇਸ ਬਾਰੇ ਵੀ ਜਾਣਕਾਰੀ ਲਵਾਂਗੇ, ਇਨਫੋਰਮੇਸ਼ਨ ਲਵਾਂਗੇ। ਅੱਜ ਮੇਰੇ ਨਾਲ ਪਹੁੰਚੇ ਹੋਏ ਨੇ ਕੈਲੀਫੋਰਨੀਆ ਸਨੀਵੈਲ ਤੋਂ ਡਾਕਟਰ ਹਰਮਿੰਦਰ ਗਿੱਲ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਿਸਟਰ ਗਿੱਲ, ਸਵਾਗਤ ਹੈ ਤੁਹਾਡਾ। ਮਿਹਰਬਾਨੀ ਅਰਸ਼ਦੀਪ ਤੇ ਮਿਹਰਬਾਨੀ FYI ਮੀਡੀਆ ਦੀ। ਬਿਲਕੁਲ ਡਾਕਟਰ ਗਿੱਲ, ਜਿੱਦਾਂ ਮੈਂ ਗੱਲ ਕੀਤੀ ਹੈ ਕਿ ਕਰੋਨਾ ਵਾਇਰਸ ਦੇ ਕੇਸ ਅਮਰੀਕਾ ਦੇ ਵਿੱਚ ਵੱਧ ਰਹੇ ਨੇ ਤੇ ਮੌਤਾਂ ਦੀ ਗਿਣਤੀ ਵੀ ਵੱਧ ਰਹੀ ਹੈਗੀ ਹੈ। ਕੀ ਸਟੇਟਸ ਹੈਗਾ ਆ ਹੁਣ ਅਮਰੀਕਾ ਦੇ ਵਿੱਚ? ਇੱਕ ਵਾਰੀ ਤਾਂ ਡਿਕਲਾਈਨ ਆ ਗਿਆ ਸੀਗਾ ਜੀ ਸਾਰੇ ਨੰਬਰਸ ਦਾ, ਸਟੇਟ ਵਾਈਜ਼ ਵੀ ਤੇ ਨੇਸ਼ਨ ਵਾਈਡ ਵੀ। ਪਰ ਹੁਣ ਜਿਹੜੀ ਲੇਟੈਸਟ ਸਥਿਤੀ ਹੈਗੀ ਹੈ, ਕਈ ਸਟੇਟਾਂ ਦੇ ਵਿੱਚ ਕਾਫੀ ਸਥਿਤੀ ਗੰਭੀਰ ਹੈ। ਕਈਆਂ ਸਟੇਟਾਂ ਦੇ ਵਿੱਚ ਕੇਸਿਸ ਹਾਲੇ ਨੰਬਰ ਆਫ ਕੇਸਿਸ ਇਨਕਰੀਜ਼ ਹੋ ਰਹੇ ਆ। ਹਸਪੀਟਲ ਐਡਮਿਸ਼ਨ ਨੀਅਰਲੀ ICU ਬੈਡਸ ਕੰਪਲੀਟ ਕੈਪੈਸਿਟੀ ਦੇ ਆ। ਕਈ ਸਟੇਟ ਦੇ ਵਿੱਚ ਤਾਂ ਟੈਕਸਸ ਦੇ ਵਿੱਚ ਇਸ ਮੋਰ ਦੈਨ 100% ਕੈਪੈਸਿਟੀ ਦੇ ਵਿੱਚ ਹੈਗੇ ਆ ਜੀ। ਕੈਲੀਫੋਰਨੀਆ ਹੁਣ ਨਿਊਯਾਰਕ ਤੋਂ ਬਾਅਦ ਜਿਹੜਾ ਹੌਟ ਸਪੌਟ ਬਣ ਗਿਆ ਹੈਗਾ। ਸਾਡੇ ਜਿਹੜੇ ਨੰਬਰ ਆਫ ਟੋਟਲ ਕੇਸਿਸ ਹੈ ਉਹ ਤਕਰੀਬਨ ਕੋਈ 4.5 ਲੱਖ ਦੇ ਕਰੀਬ ਹੋ ਚੁੱਕੇ ਹੈਗੇ ਆ, ਜਿਹੜੇ ਕਿ ਨਿਊਯਾਰਕ ਦੇ ਨੰਬਰ ਤੋਂ ਕਾਫੀ ਜ਼ਿਆਦਾ ਸੀਗੇ। ਤੇ ਹੁਣ ਜਿਹੜੀਆਂ ਕਾਉਂਟੀਆਂ ਦੇ ਵਿੱਚ ਪਹਿਲਾਂ ਅਸੀਂ ਦੇਖਿਆ ਸੀ ਵੀ ਘੱਟ ਨੰਬਰ ਸੀਗੇ, ਉਹਨਾਂ ਕਾਉਂਟੀਜ਼ ਦੇ ਵਿੱਚ ਜਿਸ ਤਰ੍ਹਾਂ ਫ੍ਰੈਜ਼ਨੋ ਸਾਈਡ ਤੇ ਹੋਇਆ, ਕਿੰਗ ਕਾਉਂਟੀ ਹੋਈ, ਮਰਸੇਡ ਕਾਉਂਟੀ, ਸਟੈਨਿਸਲਾਸ ਕਾਉਂਟੀ, ਸਦਰਨ ਕੈਲੀਫੋਰਨੀਆ ਤੋਂ ਬਾਅਦ ਇਹਨਾਂ ਕਾਉਂਟੀਜ਼ ਦੇ ਵਿੱਚ ਕੇਸਿਸ ਦੀ ਗਿਣਤੀ ਵੱਧ ਰਹੀ ਹੈਗੀ ਆ, ਜਿਹੜਾ ਕਿ ਖਤਰੇ ਦੀ ਇੱਕ ਕਿਸਮ ਦੀ ਘੰਟੀ ਹੈਗੀ ਆ। ਕਿਉਂਕਿ ਇਹਨਾਂ ਨੂੰ ਕਾਫੀ ਸੇਫ ਸਮਝਿਆ ਜਾ ਰਿਹਾ ਸੀ ਪਹਿਲੇ ਸਮਿਆਂ ਦੇ ਵਿੱਚ, ਪਰ ਇਹ ਪਤਾ ਨਹੀਂ ਲੱਗ ਰਿਹਾ ਕਿਤੋਂ ਪਾਕਟ, ਕਿਤੋਂ ਕੋਈ ਫਲੇਅਰ ਅਪ ਕਰ ਜਾਂਦੀ ਹੈ, ਕੋਈ ਕਿਤੋਂ ਕਰ ਜਾਂਦੀ ਹੈਗੀ ਆ ਜੀ। ਤੇ ਹੁਣ ਜਿਹੜਾ ਦੁਬਾਰਾ ਕਈ ਜਿਹੜੀਆਂ ਕਾਉਂਟੀਜ਼ ਖੋਲ ਕੇ ਤੇ ਉਹਨਾਂ ਦੇ ਵਿੱਚ ਦੁਬਾਰਾ ਲਾਕਡਾਊਨ ਕਰਨਾ ਪੈ ਰਿਹਾ ਹੈਗਾ। ਤੇ ਹਰ ਰੋਜ਼ ਨਵੀਆਂ ਜਿਹੜੇ ਹੈਲਥ ਡਾਇਰੈਕਟਿਵਸ ਸਾਨੂੰ ਆ ਰਹੀਆਂ ਹੈਗੀਆਂ, ਕਿਉਂਕਿ ਪਹਿਲਾਂ ਜਿਹੜੇ ਇਸ ਤਰ੍ਹਾਂ ਕਿਹਾ ਜਾ ਰਿਹਾ ਸੀਗਾ ਵੀ ਜਿਹੜਾ ਐਨੀਬਾਡੀ ਕੈਨ ਗੋ ਐਂਡ ਗੈਟ ਟੈਸਟਡ ਫॉर COVID-19। ਉਹ ਕਹਿੰਦੇ ਹੁਣ ਉਹਨਾਂ ਕੋਲੇ ਐਨੇ ਟੈਸਟ ਅਵੇਲੇਬਲ ਨਹੀਂ ਹੈਗੇ, ਜਾਂ ਟੈਸਟ ਜਦੋਂ ਕਰਦੇ ਆ 2 ਵੀਕ ਉਹਦਾ ਵੇਟ ਕਰਨੀ ਪੈਂਦੀ ਹੈਗੀ ਆ। ਤੇ ਜਿਹੜੇ ਉਹਨਾਂ ਦੇ ਜਿਹੜੇ ਵਾਕ ਇਨ ਜਾਂ ਡਰਾਈਵ ਥਰੂ ਜਿਹੜੇ ਟੈਸਟ ਸੈਂਟਰ ਸੀਗੇ, ਉਹਨਾਂ ਦੇ ਵਿੱਚ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹੈਗੀਆਂ। ਤੇ ਹਾਲੇ ਤੱਕ ਕੋਈ ਰਿਲੀਫ ਦੀ ਮਤਲਬ ਨਹੀਂ ਕੋਈ ਸਾਈਨ ਲੱਭ ਰਿਹਾ। ਤੇ ਹੋਪਫੁਲੀ ਜਿੰਨਾ ਚਿਰ ਵਾਇਰਸ ਨਹੀਂ ਆਉਂਦਾ, ਸਾਨੂੰ ਇਹਦੇ ਨਾਲ ਰਹਿਣਾ ਪੈਣਾ, ਸਿੱਖਣਾ ਪੈਣਾ, ਔਰ ਜਾਂ ਸਾਨੂੰ ਇਹ ਤੋਂ ਬਚਾਅ ਰੱਖਿਆ ਹੀ ਚੰਗਾ ਹੈਗਾ ਜੀ, ਜਿਹੜੀ ਸਿਚੁਏਸ਼ਨ ਇਹ ਬਣੀ ਹੋਈ ਹੈ ਜੀ। ਜੀ ਬਿਲਕੁਲ, ਅਮਰੀਕਾ ਨੇ ਤਾਂ ਹੁਣ ਦਾਅਵਾ ਵੀ ਕੀਤਾ ਕਿ ਸ਼ਾਇਦ ਜਿਹੜੀ ਦਵਾਈ ਹੈਗੀ ਆ ਉਹ ਇਸ ਸਾਲ ਦੇ ਐਂਡ ਤੱਕ ਆ ਜਾਏਗੀ। ਹੁਣ ਦੇਖਣਾ ਪੈਂਦਾ ਕਿ ਕੀ ਕੁਝ ਹੋ ਰਿਹਾ ਵੈਕਸੀਨ ਦੇ ਯੂਜ਼ ਕਰਨ ਦੇ ਵਿੱਚ। ਹਾਂ, ਜਿਹੜੇ ਕਾਫੀ 4-5 ਜਿਹੜੇ ਕੀ ਪਲੇਅਰਸ ਹੈਗੇ ਆ, ਜਿਵੇਂ ਮੋਡਰਨਾ ਹੋਈ ਜਾਂ ਹੋਰ ਨੋਵਾਵੈਕਸ ਕੰਪਨੀਆਂ, ਉਹਨਾਂ ਨੂੰ ਫੈਡਰਲ ਗਵਰਨਮੈਂਟ ਨੇ ਕਾਫੀ ਮਨੀ ਦਿੱਤਾ ਹੋਇਆ, ਔਰ ਉਹ 3rd ਸਟੇਜ ਆਫ ਟੈਸਟਿੰਗ ਦੇ ਵਿੱਚ ਹੈਗੀਆਂ। ਹੋਪਫੁਲੀ ਦੇ ਆਰ ਗੋਇੰਗ ਟੂ ਰੀਚਿੰਗ ਇਨਟੂ 4th and 5th ਸਟੇਜ, ਜਿਹੜੀ ਆਖਰੀ ਸਟੇਜ ਹੁੰਦੀ ਆ। ਤੇ ਉਦੋਂ ਤੱਕ ਉਹਦੀ ਸੇਫਟੀ ਤੇ ਜਿਹੜੀ ਹੈਗੀ ਆ ਐਫੀਕੇਸੀ, ਉਹ ਸਾਰੀ ਸਾਹਮਣੇ ਆ ਜੂਗੀ ਤੇ ਲੋਕਾਂ ਨੂੰ ਰਾਹਤ ਮਿਲੂਗੀ ਕੁਛ। ਜੀ ਬਿਲਕੁਲ, ਤੇ ਨਾਲ ਹੁਣ ਅਸੀਂ ਗਾਈਡਲਾਈਨਸ ਹੀ ਫੋਲੋ ਕਰ ਸਕਦੇ ਹਾਂ। ਹੋਰ ਤਾਂ ਕਰੋਨਾ ਵਾਇਰਸ ਦੇ ਨਾਲ ਅਸੀਂ ਕੁਝ ਵੀ ਨਹੀਂ ਕਰ ਸਕਦੇ, ਪਰ ਨਾਲ ਹੁਣ ਅਸੀਂ ਜਿਵੇਂ ਡੇਲੀ ਲਾਈਫ ਦੇ ਵਿੱਚ ਅਸੀਂ ਜਿਉਂਦੇ ਹੈਗੇ ਆ ਤਾਂ ਬਹੁਤ ਚੀਜ਼ਾਂ, ਬਹੁਤ ਸਿਹਤ ਸੰਬੰਧੀ ਮੁਸ਼ਕਲਾਂ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ ਹੈ। ਬਹੁਤ ਸਾਰੀਆਂ ਸਾਨੂੰ ਛੋਟੀਆਂ ਬਿਮਾਰੀਆਂ ਨੇ ਜਿਹੜੀਆਂ ਸਾਨੂੰ ਰੋਜ਼ਾਨਾ ਫੇਸ ਕਰਨੀਆਂ ਪੈਂਦੀਆਂ ਨੇ, ਜਿਹਦੇ ਵਿੱਚੋਂ ਇੱਕ ਹੈਗੀ ਹੈ ਸਾਈਨਸ। ਹੁਣ ਸਾਈਨਸ ਹੁੰਦਾ ਕੀ ਹੈ? ਸਭ ਤੋਂ ਪਹਿਲਾਂ ਡਾਕਟਰ ਸਾਹਿਬ ਇਹ ਦੱਸੋ ਸਾਨੂੰ। ਸਾਈਨਸ ਆਪਣਾ ਨਾ ਜਿਹੜਾ ਹੈਡ ਹੈਗਾ ਜਾਂ ਆਪਣਾ ਸਕਲ ਹੈਗਾ, ਉਹਦੇ ਵਿੱਚ ਜਿਹੜੀਆਂ ਹੋਲੋ ਕੈਵਿਟੀਜ਼ ਹੈਗੀਆਂ, ਜਿਹੜੀਆਂ ਆਪਣੇ ਨੱਕ ਦੇ ਈਦਰ ਸਾਈਡ ਜਿਹੜੀਆਂ, ਉਹ 4 ਪੇਅਰਸ ਆਫ ਸਾਈਨਸਿਸ ਕਹਿੰਦੇ ਆ ਉਹਨਾਂ ਨੂੰ। ਉਹ ਇੱਕ ਕਿਸਮ ਦੀਆਂ ਮਤਲਬ 4 ਜਿਹੜੀਆਂ ਹੈਗੀਆਂ ਜੀ, ਵੀ 4 ਇੱਧਰਲੇ ਪਾਸੇ ਆ, 4 ਦੂਸਰੇ ਪਾਸੇ ਹੈਗੀਆਂ ਜੀ ਆਪਣੇ ਨੋਜ਼ ਦੇ। ਉਹਨਾਂ ਦੀ ਲੋਕੇਸ਼ਨ ਦੇ ਹਿਸਾਬ ਨਾਲ ਉਹਨਾਂ ਦੇ ਨਾਂ ਹੈਗੇ ਆ। ਜਿਹੜੀਆਂ ਮੱਥੇ ਦੇ ਵਿੱਚ ਹੈਗੀਆਂ 2, ਇੱਕ ਇੱਧਰ ਹੈ, ਇੱਕ ਇੱਧਰ ਹੈ, ਉਹਦਾ ਨਾਮ ਫਰੰਟਲ ਸਾਈਨਸਿਸ ਹੈ। ਜਿਹੜੀਆਂ ਚੀਕਸ ਦੇ ਵਿੱਚ ਹੈ ਉਹਦਾ ਮੈਗਜ਼ਿਲਰੀ ਸਾਈਨਸਿਸ ਹੈ। ਜਿਹੜੀਆਂ ਆਪਣੀ ਆਪਟਿਕ ਨਰਵ ਦੇ ਨੇੜੇ ਹੈਗੀਆਂ ਉਹਨਾਂ ਦਾ ਸਫੀਨੋਇਡ ਹੈ, ਤੇ ਦੂਸਰੀਆਂ ਦਾ
ਸਿਗਮੋਇਡ ਹੈਗਾ ਜੀ। ਉਹ ਉਹਨਾਂ ਦਾ ਜੌਬ ਹੁੰਦੀ ਆ ਵੀ ਇੱਕ ਤਾਂ ਅਗਰ ਉਹ ਜੇ ਹੋਲੋ ਕੈਵਿਟੀਜ਼ ਨਾ ਹੁੰਦੀਆਂ ਸਾਡਾ ਸਕਲ ਦਾ weight ਬਹੁਤ ਹੋਣਾ ਸੀਗਾ ਔਰ ਸਾਡੇ ਹੈਡ ਨੂੰ ਉਹਨਾਂ ਕੈਰੀ ਨਹੀਂ ਸੀ ਕਰ ਸਕਣਾ। ਦੂਸਰਾ ਉਹਨਾਂ ਦਾ ਕੰਮ ਹੈਗਾ ਆਪਣੀ ਵੌਇਸ ਰੈਜ਼ੀਡੈਂਸ ਬਣਾਉਣਾ, ਵੀ ਜਿਹੜਾ ਆਪਾਂ ਬੋਲਦੇ ਹੈਗੇ ਆ ਉਹ ਤੁਹਾਡੀ ਇੱਕ ਕਿਸਮ ਦੀ ਵੌਇਸ ਨੂੰ ਉਹ ਮਤਲਬ ਮੈਗਨੀਫਾਈ ਕਰਕੇ ਦੂਸਰੇ ਨੂੰ ਸੁਣਾਈ ਦਿੰਦੀ ਹੈਗੀ ਹੈ, ਇੱਕ ਕਿਸਮ ਦਾ ਇੰਸਟਰੂਮੈਂਟ ਦਾ ਕੰਮ ਕਰਦਾ ਆ। ਤੇ ਤੀਸਰਾ ਉਹਨਾਂ ਦਾ ਜੌਬ ਹੈਗੀ ਆ ਉਹਨਾਂ ਦੀਆਂ ਜਿਹੜੀਆਂ ਲਾਈਨਿੰਗ ਹੈਗੀਆਂ, ਮਿਊਕਸ ਲਾਈਨਿੰਗ ਹੈਗੀਆਂ, ਉਹ ਇੱਕ ਕਿਸਮ ਦਾ ਆਪਣੀ ਉਹਦੇ ਵਿੱਚੋਂ ਇਹੋ ਜਿਹਾ ਸਕ੍ਰੀਸ਼ਨ ਮਿਊਕਸ ਦਾ ਕੱਢਦੀਆਂ, ਉਹਦੇ ਨਾਲ ਸਾਨੂੰ ਜਿਹੜਾ ਕਿ ਕੋਈ ਬਾਹਰ ਤੋਂ ਵਾਇਰਸ ਹੈ, ਬੈਕਟੀਰੀਆਜ਼ ਹੈਗਾ, ਉਹ ਜੇ ਤੁਹਾਡੇ ਨੇਜ਼ਲ 에ਅਰਵੇਜ਼ ਦੇ ਵਿੱਚ ਜਾਂ ਤੁਹਾਡੇ ਲੰਗਸ ਦੇ ਵਿੱਚ ਐਂਟਰ ਕਰਨ ਨੂੰ ਫਿਰਦਾ ਹੁੰਦਾ ਤਾਂ ਉਹਨੂੰ ਉਹ ਇੱਕ ਕਿਸਮ ਦਾ ਫਲਸ਼ ਕਰਕੇ ਤੇ ਉਹਨੂੰ ਉੱਥੇ ਹੀ ਰੋਕ ਲੈਂਦੀਆਂ ਜਾਂ ਉਹਨੂੰ ਬਾਹਰ ਕੱਢ ਦਿੰਦੀਆਂ ਹੈਗੀਆਂ। ਪਰ ਪ੍ਰੋਬਲਮ ਇਹ ਹੁੰਦੀ ਹੈਗੀ ਆ ਜਿਹੜਾ ਜਦੋਂ ਕੁਝ ਪ੍ਰੋਬਲਮ ਇਹੋ ਜਿਹੀਆਂ ਆ ਜਾਂਦੀਆਂ ਹੈਗੀਆਂ, ਉਹ ਜਿਹੜੇ ਉਹਨਾਂ ਦੀ ਇਨਫਲੇਮੇਸ਼ਨ ਹੋ ਜਾਂਦੀ ਹੈ ਮਿਊਕਸ ਮੈਂਬਰੇਨਸ ਦੀ, ਜਾਂ ਜਿਹੜਾ ਮਿਊਕਸ ਹੈਗਾ ਉਹ ਜ਼ਿਆਦਾ ਵਾਰੀ ਆਪਾਂ ਉਹ ਥਿਕ ਹੋ ਜਾਂਦਾ ਹੈਗਾ ਤੇ ਉਹਨਾਂ ਦੀਆਂ ਜਿਹੜੀਆਂ ਕੈਵਿਟੀਜ਼ ਬੰਦ ਹੋ ਜਾਂਦੀਆਂ ਹੈਗੀਆਂ ਸਾਈਨਸਿਸ ਦੀਆਂ, ਉਹਨਾਂ ਦੇ ਵਿੱਚ ਬੈਕਟੀਰੀਆ ਜਾਂ ਵਾਇਰਸ ਜਾਂ ਫੰਗਸ ਕੋਈ ਕਿਸਮ ਦੇ ਕੋਈ ਵੀ ਵਿਗਾੜ ਆ ਸਕਦਾ ਹੈਗਾ ਤੇ ਉਹ ਫਿਰ ਤੁਹਾਨੂੰ ਪ੍ਰੋਬਲਮ ਦੇਣ ਲੱਗ ਜਾਂਦਾ ਹੈਗਾ ਜੀ। ਸੋ ਇਹਦਾ ਪਰਪਸ ਕੀ ਹੁੰਦਾ ਹੈਗਾ ਸਾਈਨਸਿਸ ਦਾ? ਇਹ ਪਰਪਸ ਇਹੀ ਹੈ ਜੀ ਵੀ ਜਿਹੜਾ ਆਪਾਂ ਦੱਸਿਆ ਵੀ ਜਿਹੜੀ ਆਪਾਂ 에ਅਰ ਅੰਦਰ ਲੈ ਕੇ ਜਾਂਦੇ ਆ ਉਹਨੂੰ ਉਹ ਜੇ ਬਾਹਰਲੀ ਹਵਾ ਗਰਮ ਹੈਗੀ ਆ ਤਾਂ ਉਹਨੂੰ ਠੰਡਾ ਕਰਦੀ ਹੈ, ਜੇ ਬਹੁਤੀ ਠੰਡੀ ਹੈਗੀ ਆ ਬਾਹਰਲੀ 에ਅਰ ਤਾਂ ਉਹਨੂੰ ਵਾਰਮ ਕਰਦੀ ਹੈਗੀ ਆ। ਤੇ ਦੂਸਰਾ ਪਰਪਸ ਜਿਸ ਤਰ੍ਹਾਂ ਮੈਂ ਦੱਸਿਆ ਹੈਗਾ ਉਹਨਾਂ ਦਾ ਹੈਗਾ ਮਤਲਬ ਵੀ ਇੱਕ ਕਿਸਮ ਦਾ ਤੁਹਾਡੀਆਂ ਬਿਮਾਰੀਆਂ ਦੇ ਜਿਹੜੇ ਬਾਹਰਲੇ ਬੈਕਟੀਰੀਆਜ਼ ਆ ਉਹਨਾਂ ਦਾ ਟਾਕਰਾ ਕਰਨ ਵਾਸਤੇ ਇਮਿਊਨ ਪਰਪਸ ਹੈ। ਉਹਨਾਂ ਦੇ ਵਿੱਚ ਜਿਹੜੇ ਸੈਲਸ ਗਰੋ ਕਰਦੇ ਹੈਗੇ ਆ, ਕੇ ਸੈਲਸ, ਕਿਲਰ ਸੈਲਸ ਹੁੰਦੇ ਆ, ਲਿੰਫੋਸਾਈਟਸ ਹੁੰਦੇ ਆ, ਫੈਗੋਸਾਈਟਸ ਹੁੰਦੇ ਆ, ਜਿਨ੍ਹਾਂ ਦਾ ਮੇਨ ਪਰਪਸ ਹੀ ਇਹ ਹੈਗਾ ਵੀ ਅਗਰ ਕੋਈ ਬੈਕਟੀਰੀਆ ਤੁਹਾਡੀ ਬਾਡੀ ਦੇ ਵਿੱਚ ਐਂਟਰ ਕਰਦਾ ਹੈਗਾ, ਨੇਜ਼ਲ 에ਅਰਵੇਜ਼ ਦੇ ਨੇੜੇ ਤੇੜੇ ਜਾਂਦਾ ਤਾਂ ਉਹ ਭੱਜ ਕੇ ਉਹਨਾਂ ਦਾ ਇੱਕ ਕਿਸਮ ਦਾ ਬੈਰੀਅਰ ਦਾ ਕੰਮ ਕਰਦੇ ਹੈਗੇ, ਪਹਿਰੇਦਾਰਾਂ ਦਾ ਕੰਮ ਕਰਦੇ ਹੈਗੇ ਜਿਹੜੀਆਂ ਨੇਜ਼ਲ ਸਾਈਨਸਿਸ ਹੈਗੀਆਂ ਜੀ। ਇਹ ਕਾਰਨ ਕੀ ਹੁੰਦਾ ਕਿਸੇ ਨੂੰ ਸਾਈਨਸਿਸ ਕਿਉਂ ਹੁੰਦਾ ਆ? ਬਹੁਤਾ ਰੀਜ਼ਨ ਦਾ ਇਹ ਹੁੰਦਾ ਵੀ ਜਿਹਨੇ ਲੋਕਾਂ ਨੂੰ ਐਲਰਜੀਜ਼ ਆ ਜਾਂ ਜਿਹੜੇ ਲੋਕੀ ਬਹੁਤਾ ਐਕਸਪੋਜ਼ ਰਹਿੰਦੇ ਹੈਗੇ ਆ ਪੋਲਨਸ ਨੂੰ, ਡਸਟ ਨੂੰ ਜਾਂ ਕੈਮੀਕਲਸ ਨੂੰ, ਉਹਨਾਂ ਕਰਕੇ ਮੇਨਲੀ ਉਹਨਾਂ ਲੋਕਾਂ ਨੂੰ ਬਹੁਤੀਆਂ ਪ੍ਰੋਬਲਮਸ ਆਉਂਦੀਆਂ ਹੈਗੀਆਂ ਕਿਉਂਕਿ ਤੁਹਾਡੀ ਬਾਡੀ ਜਿਹੜੀ ਫਾਈਟ ਕਰਦੀ ਹੈਗੀ ਹੈ ਸਲੋਲੀ। ਕੋਈ ਵੀ ਜਿਹੜੇ ਆਪਾਂ ਪ੍ਰੋਗਰਾਮਡ ਹੈਗੇ ਆ ਸਾਰੇ ਹੀ ਵੀ ਆਪਣੇ ਵਿੱਚ ਨੈਚੁਰਲ ਐਬਿਲਿਟੀ ਹੈਗੀ ਆ, ਤੁਹਾਡਾ ਇਮਿਊਨ ਸਿਸਟਮ ਹੈ ਉਹ ਫਾਈਟ ਕਰਦਾ ਹੈਗਾ। ਜਦੋਂ ਤੁਹਾਨੂੰ ਕੋਈ ਤੁਹਾਡੇ ਆਲੇ ਦੁਆਲੇ ਕੋਈ ਇਹੋ ਜਿਹਾ ਕੈਮੀਕਲ ਆ ਜਾਂਦਾ ਹੈਗਾ ਜਿਹੜੇ ਲੋਕਾਂ ਨੂੰ ਐਲਰਜੀਜ਼ ਹੈ। ਐਲਰਜੀ ਕੀ ਹੈ? ਇੱਕ ਮਤਲਬ ਹਾਈਟਨਡ ਸਟੇਟ ਹੈ ਤੁਹਾਡੀ ਇਮਿਊਨ ਸਿਸਟਮ ਦੀ। ਉਹ ਜਿਹੜੀਆਂ ਚੀਜ਼ਾਂ ਨੈਚੁਰਲ ਲੋਕਾਂ ਦੇ ਵਾਸਤੇ ਕੋਈ ਖਤਰਨਾਕ ਨਹੀਂ ਹੈਗੀਆਂ, ਹਾਰਮਫੁਲ ਨਹੀਂ ਹੈਗੀਆਂ, ਕੋਈ ਵੀ ਆਰਗੈਨਿਜ਼ਮ ਹੈਗਾ, ਚਾਹੇ ਉਹ ਮਿੱਟੀ ਦਾ ਕਣ ਹੈ, ਚਾਹੇ ਉਹ ਕੋਈ ਪੋਲਨ ਹੈ, ਚਾਹੇ ਕੋਈ ਹੋਰ ਕੈਮੀਕਲ ਹੈ, ਆਮ ਲੋਕਾਂ ਵਾਸਤੇ, ਧਾਰ ਲੋਕਾਂ ਵਾਸਤੇ ਉਹ ਖਤਰਨਾਕ ਨਹੀਂ ਹੁੰਦਾ, ਪਰ ਤੁਹਾਡੀ ਬਾਡੀ ਸਮਝ ਲੈਂਦੀ ਹੈ ਵੀ ਇਹ ਖਤਰਨਾਕ ਹੈ। ਉਹ ਫਿਰ ਉਹਦੇ ਅਗੇਂਸਟ ਜਿਹੜੇ ਆਪਣਾ ਰਿਐਕਸ਼ਨ ਹੈ ਜਿਹੜਾ ਹਿਸਟਾਮਾਈਨਸ ਹੈ ਜਿਨ੍ਹਾਂ ਨੂੰ ਕਹਿੰਦੇ ਹਾਂ ਅਸੀਂ, ਉਹ ਹਿਸਟਾਮਾਈਨਸ ਪ੍ਰੋਡਿਊਸ ਕਰਨ ਲੱਗ ਜਾਂਦੀ ਹੈ ਜਿਹਦੇ ਕਰਕੇ ਆਪਾਂ ਨੂੰ ਛਿੱਕਾਂ ਆਉਂਦੀਆਂ, ਅੱਖਾਂ 'ਚੋਂ ਪਾਣੀ ਆਉਂਦਾ, ਨੱਕ 'ਚੋਂ ਪਾਣੀ ਆਉਂਦਾ ਹੈਗਾ। ਇਸ ਪ੍ਰੋਸੈਸ ਦੇ ਵਿੱਚ ਹੌਲੀ ਹੌਲੀ ਜਿਹੜਾ ਤੁਹਾਡਾ ਇਮਿਊਨ ਸਿਸਟਮ ਹੈ ਐਗਜ਼ਾਸਟ ਹੋਣਾ ਸ਼ੁਰੂ ਹੋ ਜਾਂਦਾ। ਜਦੋਂ ਐਗਜ਼ਾਸਟ ਹੋ ਜਾਂਦਾ ਫਿਰ ਉਹਦੀ ਫੰਕਸ਼ਨੈਲਿਟੀ ਉਨੀ ਨਹੀਂ ਰਹਿ ਜਾਂਦੀ, ਵੀਕ ਹੋ ਜਾਂਦਾ। ਇਸ ਕਰਕੇ ਜਿਹੜੀਆਂ ਸਾਈਨਸਿਸ ਆ ਉਹਨਾਂ ਦੇ ਵਿੱਚੋਂ ਜਿਹੜਾ ਵਿਕਾਰ ਪੈਦਾ ਹੋ ਜਾਂਦੇ ਆ, ਉਹਦੇ ਵਿੱਚ ਜਮ੍ਹਾਂ ਹੋ ਜਾਂਦੇ ਬੈਕਟੀਰੀਆਜ਼ ਜਮ੍ਹਾਂ ਹੋ ਜਾਂਦੇ ਆ, ਤੁਹਾਨੂੰ ਯੈਲੋਇਸ਼ ਗ੍ਰੀਨਿਸ਼ ਮਿਊਕਸ ਆਉਣ ਲੱਗ ਜਾਂਦਾ, ਸਿਰ ਦਰਦ ਹੋਣ ਲੱਗ ਜਾਂਦਾ, ਕਈ ਨੂੰ ਈਵਨ ਬੁਖਾਰ ਵੀ ਹੋ ਸਕਦਾ, ਜਾਂ ਥਕਾਵਟ ਹੋਊਗੀ, ਨੀਂਦ ਆਉਣ ਦੇ ਵਿੱਚ ਪ੍ਰੋਬਲਮ ਆਊਗੀ, ਤੇ ਜਾਂ ਉਹਨਾਂ ਦੇ ਜਦੋਂ ਅੱਖਾਂ ਨੂੰ ਦਬਾਉਂਦੇ ਹੈਗੇ ਜਾਂ ਚੀਕਸ ਨੂੰ ਦਬਾਉਂਦੇ ਆ ਤਾਂ ਉਹ ਤੁਹਾਨੂੰ ਪੇਨ ਜਾਂ ਟੈਂਡਰਨੈਸ ਫੀਲ ਹੋਊਗੀ, ਜਾਂ ਜਦੋਂ ਮੂੰਹ ਖੋਲਦੇ ਆ ਜਾਂ ਉਹ ਖਾਂਦੇ ਆ ਉਦੋਂ ਵੀ ਦਰਦ ਹੋ ਸਕਦਾ। ਸੋ ਜਿਵੇਂ ਤੁਸੀਂ ਦੱਸਿਆ ਕਿ ਛਿੱਕਾਂ ਆਉਂਦੀਆਂ ਨੇ ਜਾਂ ਸਿਰ ਦੁਖਦਾ, ਹੋਰ ਕਿਹੜੀਆਂ ਪ੍ਰੋਬਲਮਸ ਫੇਸ ਕਰਨੀਆਂ ਪੈ ਸਕਦੀਆਂ ਜਦੋਂ ਸਾਨੂੰ ਸਾਈਨਸ ਦੀ ਪ੍ਰੋਬਲਮ ਹੁੰਦੀ ਹੈ? ਜਾਂ ਮੇਨਲੀ ਉਹਦੇ ਵਿੱਚ ਹੁੰਦਾ ਜੀ ਪੋਸਟ ਨੇਜ਼ਲ ਸਾਈਨਸ, ਇੱਕ ਅਸੀਂ ਟਰਮ ਵਰਤੇ ਹੈਗੇ ਆ। ਉਹ ਜਦੋਂ ਥੋੜਾ ਚਿਰ ਸੌਂ ਕੇ ਉੱਠਦੇ ਆ ਜਾਂ ਸੁਬਾਹ ਵੇਲੇ, ਉਹ ਜਾਂ ਕਈ ਵਾਰੀ ਸੌਣ ਦੇ ਦੌਰਾਨ ਵੀ ਉਹਨਾਂ ਨੂੰ ਇਸ ਤਰ੍ਹਾਂ ਜਿਵੇਂ ਚੋਕਿੰਗ ਸੈਂਸੇਸ਼ਨ ਜੀ ਹੋਊਗੀ ਵੀ ਉਹਨਾਂ ਦਾ ਸਾਹ ਰੁਕ ਗਿਆ। ਫਿਰ ਉਹਨਾਂ ਨੂੰ ਜਾਂ ਬਾਹਰ ਜਾ ਕੇ ਜਿਹੜਾ ਮਿਊਕਸ ਹੈ ਜਾਂ ਬਾਥਰੂਮ ਦੇ ਵਿੱਚ ਜਾ ਕੇ ਉਹ ਸਪਿਟ ਕਰਨਾ ਪੈਂਦਾ, ਥੁੱਕਣਾ ਪੈਂਦਾ। ਗਾੜਾ ਮਿਊਕਸ ਹੁੰਦਾ, ਉਹ ਗ੍ਰੀਨ ਹੋ ਸਕਦਾ, ਯੈਲੋਇਸ਼ ਹੋ ਸਕਦਾ, ਵਾਈਟ ਹੋ ਸਕਦਾ, ਉਹ ਵਾਟਰੀ ਹੋ ਸਕਦਾ, ਥਿਕ ਹੋ ਸਕਦਾ।
ਸੋ ਕੀ ਕਾਰਨ ਨੇ ਵੀ ਜਿਵੇਂ ਇਨਫੈਕਸ਼ਨ ਐਲਰਜੀਜ਼ ਤਾਂ ਤੁਸੀਂ ਦੱਸਿਆ, ਹੋਰ ਜੇ ਇਸ ਸਿੰਪਲ ਲੈਂਗੁਏਜ ਦੇ ਵਿੱਚ ਕਰਨਾ ਹੋਵੇ, ਸਾਈਨਸ ਕਿਹਨੂੰ ਕਿਹਨੂੰ ਹੁੰਦਾ ਆ? ਸੋ ਜਿਵੇਂ ਕਿਸੇ ਨੂੰ ਐਲਰਜੀ, ਜਿਵੇਂ ਸੀਜ਼ਨਲ ਐਲਰਜੀ ਹੁੰਦੀ ਹੈ, ਉਸ ਤੋਂ ਹੋ ਸਕਦਾ ਹੈ, ਜਾਂ ਸਾਰਾ ਸਾਲ ਹੀ ਇਹ ਸਾਈਨਸ ਕਿਸੇ ਵੀ ਟਾਈਮ ਹੋ ਸਕਦਾ? ਮੇਨਲੀ ਜਿਹੜੇ ਲੋਕੀ ਐਕਸਟ੍ਰੀਮ ਟੈਂਪਰੇਚਰ ਨੂੰ ਐਕਸਪੋਜ਼ ਹੁੰਦੇ ਆ ਉਹਨਾਂ ਨੂੰ ਚਾਂਸਿਸ ਜ਼ਿਆਦਾ ਵੱਧ ਜਾਂਦੇ ਹੈਗੇ ਆ ਜੀ। ਜਿਹੜੇ ਲੋਕਾਂ ਨੂੰ ਐਲਰਜੀਜ਼ ਹੈਗੀਆਂ ਉਹਨਾਂ ਨੂੰ ਹੋ ਸਕਦੀ ਹੈ। ਜਿਹੜੇ ਇਮਿਊਨ ਕੰਪਰੋਮਾਈਜ਼ਡ ਹੈਗੇ ਆ ਜਾਂ ਐਜ਼ਮੈਟਿਕ ਹੈਗੇ ਆ ਲੋਕੀ, ਉਹਨਾਂ ਨੂੰ ਜ਼ਿਆਦਾ ਚਾਂਸਿਸ ਹੋ ਸਕਦੇ ਆ। ਜਿਹੜੇ ਬਜ਼ੁਰਗ ਨੇ ਜਿਨ੍ਹਾਂ ਦਾ ਇਮਿਊਨ ਸਿਸਟਮ ਥੋੜ੍ਹਾ ਵੀਕ ਹੋਇਆ ਉਹਨਾਂ ਨੂੰ ਹੋ ਸਕਦਾ। ਜਾਂ ਜਿਹੜੇ ਬਹੁਤੇ ਜਿਹੜੇ ਡਰਾਈ ਟੈਂਪਰੇਚਰ ਦੇ ਵਿੱਚ ਵਿੰਟਰ ਮੰਥ ਦੇ ਵਿੱਚ ਆਪਣੀ ਹੀਟ ਵਗੈਰਾ ਅੰਦਰ ਚੱਲਦੀ ਹੈਗੀ ਆ, ਉਹ ਉਸ ਟਾਈਮ ਤੇ ਜ਼ਿਆਦਾ ਐਕਸਪੋਜ਼ਰ, ਕਿਉਂਕਿ ਜਦੋਂ ਨੇਜ਼ਲ 에ਅਰਵੇਜ਼ ਥੋੜ੍ਹੀਆਂ ਜ਼ਿਆਦਾ ਡਰਾਈ ਹੋ ਜਾਂਦੀਆਂ ਮਿਊਕਸ ਮੈਂਬਰੇਨਸ ਬਾਹਰਲੀ ਹੀਟ ਦੇ ਨਾਲ, ਤੇ ਉਹਦੇ ਕਰਕੇ ਵੀ ਹੋ ਸਕਦਾ ਹੈਗਾ ਜੀ। ਅਸੀਂ ਕਿਸੇ ਨੂੰ ਦੇਖ ਕੇ ਕਿਵੇਂ ਜੱਜ ਕਰ ਸਕਦੇ ਹਾਂ ਕਿ ਇਹਨੂੰ ਸਾਈਨਸ ਹੈਗਾ ਆ? ਸੋ ਸਿਰਫ ਜਿਹੜਾ ਫਰੰਟ ਵਾਲਾ ਪਾਰਟ ਹੈ ਪੇਨ ਹੁੰਦੀ ਹੈ? ਹਾਂ, ਉਹਦੀ ਵੌਇਸ ਰੈਜ਼ੋਨੈਂਸ ਤੋਂ ਤੁਸੀਂ ਥੋੜਾ ਬਹੁਤਾ ਜੱਜ ਕਰ ਸਕਦੇ ਆ ਵੀ, ਜਿਨ੍ਹਾਂ ਨੂੰ ਆਪਾਂ ਕਹਿੰਦੇ ਆ ਵੀ ਤੁਹਾਡੀ ਆਵਾਜ਼ ਨੂੰ ਕੀ ਹੋਇਆ, ਭਾਰੀ ਹੋਈ ਆਵਾਜ਼, ਜਾਂ ਉਹ ਨੱਕ ਦੇ ਵਿੱਚੋਂ ਬੋਲਦੇ ਹੈਗੇ ਆ, ਉਸ ਤਰ੍ਹਾਂ ਹੋ ਸਕਦੇ ਆ। ਜਾਂ ਤੁਸੀਂ ਕਈ ਵਾਰੀ ਉਹ ਜਦੋਂ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ ਵੀ ਗੁਣਗੁਣਾ ਜਿਹਾ ਬੋਲਦਾ ਹੈਗਾ, ਉਹਨਾਂ ਦੀ ਆਵਾਜ਼ ਛਣਕਦੀ ਜੀ ਹੈਗੀ ਆ, ਤਾਂ ਉਸ ਤਰ੍ਹਾਂ ਅੰਦਾਜ਼ਾ ਲਗਾਇਆ ਜਾ ਸਕਦਾ। ਬਾਕੀ ਦਾ ਟੈਸਟ ਵਗੈਰਾ ਹੁੰਦੇ ਹੈਗੇ ਫਰਦਰ, ਜਿਹੜੇ ਕੋਈ ਐਕਸ-ਰੇ ਜਾਂ CT ਸਕੈਨ ਕਰਨਾ ਹੁੰਦਾ, ਉਹਦੇ ਤੋਂ ਆਪਾਂ ਨੂੰ ਪਤਾ ਲੱਗ ਜਾਂਦਾ। ਜਾਂ ਉਹਨਾਂ ਨੂੰ ਲੋਕੀ ਕੰਪਲੇਨ ਕਰਦੇ ਹੈਗੇ ਵੀ ਸਾਨੂੰ ਨੇਜ਼ਲ ਕੰਜੈਸ਼ਨ ਹੈਗੀ ਆ, ਜਾਂ ਸਾਡੇ ਨੱਕ ਬੰਦ ਹੈ ਜਾਂ ਕੰਨ ਬੰਦ ਹੈ, ਜਾਂ ਕਈ ਵਾਰੀ ਉਹ ਕਹਿੰਦੇ ਮੈਂ ਪ੍ਰੋਪਰਲੀ ਸਾਹ ਨਹੀਂ ਲੈ ਸਕਦਾ ਜਦੋਂ ਮੈਂ ਪੈਨਾ ਜਾਂ ਬੈਠਦਾ, ਜਾਂ ਮੈਂ ਓਪਨ ਏਅਰ ਦੇ ਵਿੱਚ ਬੈਠ ਰਿਹਾ ਜਿੱਥੇ ਜ਼ਿਆਦਾ ਰਿਚ ਆਕਸੀਜਨ ਹੈਗੀ ਹੈ ਏਅਰ ਦੇ ਵਿੱਚ, ਜੇ ਉਹ ਅੰਦਰ ਜਾਂਦੇ ਆ ਤਾਂ ਉਹਨਾਂ ਨੂੰ ਥੋੜਾ ਘੁਟਨ ਮਹਿਸੂਸ ਹੁੰਦੀ ਹੈ। ਜੀ, ਸੋ ਇਹ ਜਿਵੇਂ ਹੁਣ ਤੁਸੀਂ ਐਲਰਜੀਜ਼ ਵੀ ਦੱਸੀਆਂ ਨੇ ਕਿ ਐਲਰਜੀ ਤੋਂ ਵੀ ਹੋ ਸਕਦਾ, ਹੀਟ ਤੋਂ ਵੀ ਹੋ ਸਕਦਾ, ਕੀ ਫੂਡ ਤੋਂ ਵੀ ਹੋ ਸਕਦਾ? ਕਿਸੇ ਫੂਡ ਦੇ ਨਾਲ, ਕਿਸੇ ਪਾਰਟਿਕੂਲਰ ਚੀਜ਼ ਖਾਣ ਨਾਲ? ਕੋਈ ਪਾਰਟਿਕੂਲਰ ਫੂਡ ਤਾਂ ਨਹੀਂ ਸਾਈਨਸਿਸ ਦੀਆਂ ਪ੍ਰੋਬਲਮ ਕ੍ਰੀਏਟ ਕਰਦਾ, ਪਰ ਕਈ ਫੂਡ ਹੈਗੇ ਜਿਨ੍ਹਾਂ ਤੋਂ ਐਲਰਜੀਜ਼ ਹੋ ਸਕਦੀਆਂ ਤੇ ਐਲਰਜੀਜ਼ ਅੱਗੇ ਡਿਵੈਲਪ ਕਰ ਸਕਦੀਆਂ ਸਾਈਨਸ ਰਿਲੇਟਡ ਇਸ਼ੂਜ਼। ਜੀ, ਬਿਲਕੁਲ। ਤੇ ਨਾਲ ਹੁਣ ਤੁਸੀਂ ਨੇਜ਼ਲ ਦਾ ਵੀ ਦੱਸਿਆ ਕਿ ਕੰਜੈਸ਼ਨ ਹੋ ਜਾਂਦੀ ਹੈ, ਤੇ ਉਹਦੇ ਨਾਲ ਇੱਕ ਨੇਜ਼ਲ ਸਪਰੇਜ਼ ਵੀ ਹੁੰਦੀਆਂ ਨੇ। ਹੁਣ ਇੱਕ ਤਾਂ ਡਾਕਟਰਸ ਦੇਖ ਕੇ ਤੁਹਾਨੂੰ ਚੈੱਕ ਕਰਕੇ ਪ੍ਰਿਸਕ੍ਰਿਪਸ਼ਨ ਲਿਖ ਕੇ ਤੁਹਾਨੂੰ ਦੇ ਦਿੰਦੇ ਆ ਕਿ ਇਹ ਨੇਜ਼ਲ ਤੁਸੀਂ ਯੂਜ਼ ਕਰ ਲਓ, ਪਰ ਇੱਕ ਓਵਰ ਦਾ ਕਾਊਂਟਰ ਜਿਹੜੀਆਂ ਸਾਨੂੰ ਈਜ਼ੀਲੀ ਅਵੇਲੇਬਲ ਹੁੰਦੀਆਂ, ਉਹ ਯੂਜ਼ਫੁਲ ਹੁੰਦੀਆਂ ਨੇ ਸਾਈਨਸ ਨੂੰ ਰੋਕਣ ਦੇ ਲਈ? ਇਹ ਆਮ ਤੌਰ ਤੇ ਧਾਰਨਾ ਹੈਗੀ ਹੈ ਵੀ ਜੋ ਨੇਜ਼ਲ ਕੰਜੈਸ਼ਨ ਹੁੰਦੀ ਹੈ ਉਹਦੇ ਨਾਲ ਤੁਹਾਡੀ ਸਵੈਲਿੰਗ ਹੋ ਜਾਂਦੀ ਹੈ, ਜਾਂ ਤੁਹਾਡਾ ਜਿੰਨੀਆਂ ਵੀ ਨੇਜ਼ਲ ਸਪਰੇਜ਼ ਹੁੰਦੀਆਂ ਕਿਸਮ ਦਾ ਡੀਸੈਂਸਿਟਾਈਜ਼ ਕਰਦੀਆਂ ਹੈਗੀਆਂ ਜੀ। ਉਹ ਅਗਰ ਤੁਹਾਡੀ ਬਾਡੀ ਕਿਸੇ, ਕਿਉਂਕਿ ਨੈਚੁਰਲ ਪ੍ਰੋਸੈਸ ਹੈ ਜਿਹੜਾ ਤੁਹਾਡਾ ਰਿਐਕਟ ਕਰਨਾ ਕਿਸੇ ਕੈਮੀਕਲ ਨੂੰ ਜਾਂ ਕਿਸੇ ਡਸਟ ਪਾਰਟੀਕਲ ਨੂੰ ਜਾਂ ਐਲਰਜੀ ਨੂੰ, ਜਿਹੜੀਆਂ ਚਿੱਕਾਂ ਹੁੰਦੀਆਂ ਨੱਕ ਚੋਂ ਪਾਣੀ ਆਉਣਾ, ਇਹ ਨੈਚੁਰਲ ਰਿਫਲੈਕਸ ਹੈਗਾ। ਉਹ ਜਿਵੇਂ ਆਪਾਂ ਜ਼ਿਆਦਾ ਦੇਰ, ਫਿਰ ਜੇ ਤੁਸੀਂ ਜਿਹੜਾ ਨੇਜ਼ਲ ਸਪਰੇਜ਼ ਆਪਾਂ ਵਰਤਦੇ ਹੈਗੇ ਆ ਤਾਂ ਤੁਸੀਂ ਇਮਿਊਨ ਸਿਸਟਮ ਦੇ ਵਿੱਚ ਇੰਟਰਫੀਅਰ ਕਰਦੇ ਹੈਗੇ ਆ। ਉਹ ਫਿਰ ਤੁਹਾਡੀ ਹੌਲੀ ਇੱਕ ਤਾਂ ਤੁਹਾਡੀ ਜਿਹੜੀ ਨੈਚੁਰਲ ਕੈਪੈਸਿਟੀ ਹੈ ਫਾਈਟ ਕਰਨ ਦੀ ਕੈਮੀਕਲਸ ਨੂੰ, ਉਹ ਘਟ ਜਾਂਦੀ ਹੈਗੀ ਆ। ਤੁਹਾਡੀ ਸਮੈਲ ਸੈਂਸ ਘਟ ਸਕਦੀ ਹੈਗੀ ਆ। ਇਸ ਕਰਕੇ ਉਹ ਜਦੋਂ ਲੋੜ ਪੈਣ ਤੇ ਹੀ ਲੈਣੀਆਂ ਚਾਹੀਦੀਆਂ, ਅਦਰਵਾਈਜ਼ ਜੇ ਤੁਸੀਂ ਉਸ ਤੋਂ ਬਿਨਾਂ ਸਾਰ ਸਕਦੇ ਤਾਂ ਬੈਟਰ ਹੈ ਜੀ। ਜੀ, ਡਾਕਟਰ ਗਿੱਲ, ਤੇ ਕਦੋਂ ਤੱਕ ਇਹ ਜਿਹੜੀ ਸਾਈਨਸ ਦੀ ਪ੍ਰੋਬਲਮ ਰਹਿ ਸਕਦੀ ਹੈ? ਪਰਮਾਨੈਂਟ ਹੁੰਦੀ ਹੈ ਕਿ ਜਾਂ ਥੋੜੇ ਟਾਈਮ ਦੇ ਲਈ ਵੀ ਹੋ ਸਕਦੀ ਹੈ? ਇਹ ਡਿਪੈਂਡ ਕਰਦਾ ਹੈਗਾ ਜੀ ਵੀ ਹੂ ਇਜ਼ ਸਫਰਿੰਗ, ਜਾਂ ਤੁਸੀਂ ਕਿੰਨਾ ਕੁ ਉਹਦੇ ਨਾਲ ਸਫਰ ਕਰ ਸਕਦੇ ਆ। ਕਈ ਵਾਰੀ ਇਹ ਟ੍ਰਾਂਜ਼ੀਐਂਟ ਹੁੰਦੀ ਆ ਵੀ ਅਕਿਊਟ ਸਾਈਨਸ ਪ੍ਰੋਬਲਮ ਹੋਈ, ਥੋੜੀ ਬਹੁਤੀ ਹੋਈ, ਤੁਹਾਡੀ ਬਾਡੀ ਨੇ ਫਾਈਟ ਕੀਤਾ, 2-4 ਦਿਨਾਂ ਵਾਸਤੇ ਹੋਈ, ਜਾਂ ਤੁਸੀਂ ਕੋਈ ਜੇ ਬੈਕਟੀਰੀਅਲ ਇਨਫੈਕਸ਼ਨ ਹੈਗੀ ਜਾਂ ਵਾਇਰਲ ਇਨਫੈਕਸ਼ਨ ਹੈ, ਕੋਈ ਤੁਸੀਂ ਐਂਟੀਬਾਇਓਟਿਕਸ ਲਏ, ਤੁਸੀਂ ਠੀਕ ਹੋ ਗਏ। ਅਗਰ ਉਹ ਲੌਂਗ ਟਾਈਮ ਰਹਿੰਦੀ ਹੈਗੀ ਆ, ਤੁਹਾਨੂੰ ਬਾਦਰ ਕਰਦੀ ਹੈ ਗੁੱਡ ਪਾਰਟ ਆਫ ਯੋਰ ਲਾਈਫ, 2-4-6 ਮਹੀਨਿਆਂ ਤੋਂ ਜ਼ਿਆਦਾ, ਫਿਰ ਦੈਨ ਯੂ ਸ਼ੁਡ ਕੰਸਲਟ ਸਮਵਨ ਵੀ ਜਿਹੜਾ ਇਹਨੂੰ ਡੀਲ ਕਰ ਸਕਦਾ ਹੋਵੇ। ਸੋ ਕਿੰਨੀ ਵਰਸ ਕੰਡੀਸ਼ਨ ਤੋਂ ਬਾਅਦ ਸਾਨੂੰ ਜਿਹੜਾ ਡਾਕਟਰ ਕੋਲ ਜਾਂ ਕਿਸੇ ਸਪੈਸ਼ਲਿਸਟ ਦੇ ਕੋਲ ਜਾਣਾ ਚਾਹੀਦਾ? ਕੋਈ ਵੀ, ਅਗਰ ਤੁਹਾਨੂੰ ਜੇ ਕੋਈ ਕੋਲਡ ਹੁੰਦੀ ਹੈ ਉਹ 10-15 ਦਿਨ ਤੋਂ ਵੱਧ ਹੁੰਦੀ ਹੈ ਤੇ ਤੁਹਾਨੂੰ ਹੈਡੇਕਸ ਹੁੰਦੇ ਆ ਬਿਯੋਂਡ ਦੈਟ ਪੀਰੀਅਡ, ਤੇ ਜਾਂ ਤੁਸੀਂ ਮਹੀਨੇ ਦੇ ਵਿੱਚ 10-15 ਦਿਨ ਹੀ ਤੁਸੀਂ ਸਫਰ ਕਰਦੇ ਰਹਿੰਦੇ ਆ ਨੇਜ਼ਲ ਕੰਜੈਸ਼ਨ ਦੇ ਜਾਂ ਈਅਰ ਕੰਜੈਸ਼ਨ ਦੇ, ਜਾਂ ਛਿੱਕਾਂ ਹੁੰਦੀਆਂ ਰਹਿੰਦੀਆਂ, ਜੇ ਉਹਨਾਂ ਨੇ ਰੂਲ ਆਊਟ ਕਰ ਚੁੱਕਿਆ ਵੀ ਤੁਹਾਡੀ ਐਲਰਜੀਜ਼, ਤੁਹਾਨੂੰ ਮੈਡੀਸਿਨ ਵੀ ਦੇ ਰਿਹਾ, if you still get those then you should talk to someone who is expert on that.
ਸੋ ਆਪਾਂ ਕਹਿ ਸਕਦੇ ਹਾਂ ਕਿ ਇਹ ਕਿਉਰੇਬਲ ਹੈਗੀਆਂ ਨੇ, ਵੀ ਇਹਦਾ ਇਲਾਜ ਹੈਗਾ ਆ, ਕਿ ਅਸੀਂ ਇਹ ਨਹੀਂ ਕਿ ਸਾਨੂੰ ਲਾਈਫ ਟਾਈਮ ਦੇ ਲਈ ਇਸ ਬਿਮਾਰੀ ਦੇ ਨਾਲ ਰਹਿਣਾ ਪਊਗਾ, ਕਿ ਸਾਈਨਸ ਹੈਗਾ ਆ ਸਾਨੂੰ ਲਾਈਫ ਟਾਈਮ ਇਹਦੇ ਨਾਲ ਡੀਲ ਕਰਨਾ ਪਊਗਾ। ਨਹੀਂ, ਲਾਈਫ ਟਾਈਮ ਤਾਂ ਨਹੀਂ ਰਹਿਣਾ ਪੈਂਦਾ, ਪਰ ਕਈ ਵਾਰੀ ਤੁਹਾਨੂੰ ਜਿਹੜੇ ਕਨਵੈਨਸ਼ਨ ਮੈਡੀਕਲ ਡਾਕਟਰਸ ਆ ਉਹ ਤੁਹਾਨੂੰ ਇਹ ਕਹਿੰਦੇ ਵੀ ਤੁਹਾਨੂੰ ਦਵਾਈ ਸਾਰੀ ਉਮਰ ਖਾਣੀ ਪਊਗੀ ਜੀ। ਜਿਸ ਤਰ੍ਹਾਂ ਐਲਰਜੀ ਦੀਆਂ ਤੁਹਾਨੂੰ ਉਹ ਜਿਹੜੀਆਂ ਮੈਡੀਸਿਨ ਦੇ ਦਿੰਦੇ ਆ, ਕਹਿੰਦੇ ਵੀ ਹਰ ਰੋਜ਼ ਲਓ ਤੁਸੀਂ। ਤੇ ਦੈਟ ਇਜ਼ ਨਾਟ ਦਾ ਕੇਸ ਵਿਦ ਹੋਮਿਓਪੈਥਿਕ ਟ੍ਰੀਟਮੈਂਟ, ਕਿਉਂਕਿ ਹੋਮਿਓਪੈਥੀ ਜਿਹੜੀ ਹੈਗੀ ਆ ਉਹ ਬਿਮਾਰੀ ਦਾ ਜੜ ਤੋਂ ਟਾਕਰਾ ਕਰਦੀ ਹੈ ਤੇ ਉਹਨੂੰ ਜੜ ਦੇ ਵਿੱਚੋਂ ਹੀ ਕੱਢਦੀ ਹੈਗੀ ਆ ਜੀ। ਵਿਦ ਰਾਈਟ ਹੋਮਿਓਪੈਥਿਕ ਅਪਰੋਚ ਜਾਂ ਰਾਈਟ ਹੋਮਿਓਪੈਥਿਕ ਟ੍ਰੀਟਮੈਂਟ ਤੁਹਾਨੂੰ ਇਹ ਲਾਈਫ ਲੌਂਗ ਲੈਣ ਦੀ ਲੋੜ ਨਹੀਂ ਗੀ, ਕਿਉਂਕਿ ਜਿੰਨੀਆਂ ਵੀ ਹੋਮਿਓਪੈਥਿਕ ਦੀਆਂ ਮੈਡੀਸਿਨਸ ਹੈਗੀਆਂ ਉਹ ਸਾਰੀਆਂ ਤੁਹਾਡੇ ਇਮਿਊਨ ਸਿਸਟਮ ਨੂੰ ਸਟਰੋਂਗ ਕਰਦੀਆਂ, ਤੇ ਜਿਸ ਤਰ੍ਹਾਂ ਕੁਦਰਤ ਇਲਾਜ ਕਰਦੀ ਹੈ ਉਸੇ ਤਰ੍ਹਾਂ ਕੁਦਰਤੀ ਤਰੀਕੇ ਨਾਲ ਉਹਨੂੰ ਸ਼ਕਤੀ ਪ੍ਰਦਾਨ ਕਰਦੀਆਂ ਤੇ ਤੁਹਾਨੂੰ ਠੀਕ ਹੋਣ 'ਚ ਮਦਦ ਕਰਦੀਆਂ ਹੈਗੀਆਂ ਜੀ। ਸਾਈਨਸ ਦੇ ਲਈ ਜੇ ਅਸੀਂ ਹੋਮਿਓਪੈਥਿਕ ਦੀ ਗੱਲ ਕਰੀਏ ਤਾਂ ਕੀ ਰੈਮੇਡੀਜ਼ ਹੈਗੀਆਂ ਨੇ ਹੋਮਿਓਪੈਥਿਕ ਦੇ ਵਿੱਚ? ਹੋਮਿਓਪੈਥਿਕ ਦੇ ਵਿੱਚ ਕਾਫੀ ਵਧੀਆ ਰੈਮਡੀਜ਼ ਹੈਗੀਆਂ, ਜਿਸ ਤਰ੍ਹਾਂ ਪਲਸਾਟਿਲਾ ਹੋਈ, ਹਿਪਰਸਲਫ ਹੋਈ, ਨਕਸਵੋਮਿਕਾ ਹੋਈ, ਮਰਕਸੋਲ ਹੋਈ, ਲੈਮਨਾ ਮਾਈਨਰ ਹੋਈ, ਕਾਲੀਬਾਈਕਰੋਮ ਹੋਈ। ਪਰ ਜਿੰਨੀਆਂ ਵੀ ਇਹ ਹੋਮਿਓਪੈਥਿਕ ਮੈਡੀਸਨਾਂ ਹੈਗੀਆਂ ਜਾਂ ਦੂਸਰੀਆਂ ਮੈਡੀਸਨ ਹੈਗੀਆਂ, ਤੁਹਾਨੂੰ ਆਪ ਮਤਲਬ ਸੈਲਫ ਮੈਡੀਕੇਟ ਨਹੀਂ ਕਰਨਾ ਚਾਹੀਦਾ। ਕਿਸੇ ਜਿਹੜਾ ਵੀ ਹੋਮਿਓਪੈਥ ਤੁਹਾਡੇ ਨੇੜੇ ਹੈਗਾ ਜਾਂ ਜਿਹਨੂੰ ਤੁਸੀਂ ਟਰਸਟ ਕਰਦੇ ਹੋ ਉਹਦੀ ਸਲਾਹ ਲੈ ਕੇ ਉਹਦੇ ਇਲਾਜ ਨਾਲ ਹੀ ਲੈਣੀਆਂ ਚਾਹੀਦੀਆਂ ਹੈਗੀਆਂ, ਤੁਸੀਂ ਆਪ ਨਹੀਂ ਲੈ ਸਕਦੇ। ਕਿਉਂਕਿ ਤੁਹਾਨੂੰ ਉਹ ਫਾਇਦਾ ਕਰਨ ਦੀ ਬਜਾਏ ਅਗਰ ਤੁਹਾਨੂੰ ਪਤਾ ਨਹੀਂ ਵੀ ਕੀ ਲੈ ਰਹੇ ਆ ਜਾਂ ਕਿਹੜੀ ਪੋਟੈਂਸੀ ਦੇ ਵਿੱਚ ਲੈਣੀ ਆ, ਕਿੰਨੀ ਦੇਰ ਲੈਣੀ ਆ, ਤੇ ਉਹ ਤੁਹਾਨੂੰ ਨੁਕਸਾਨ ਵੀ ਕਰ ਸਕਦੀ ਹੈਗੀ ਹੈ। ਬਿਲਕੁਲ। ਤੇ ਨਾਲ ਹੁਣ ਜਦੋਂ ਹੋਮਿਓਪੈਥਿਕ ਦੀ ਅਸੀਂ ਗੱਲ ਕਰਦੇ ਹਾਂ, ਜਿਵੇਂ ਤੁਸੀਂ ਪਹਿਲਾਂ ਵੀ ਸਾਨੂੰ ਦੱਸਿਆ ਹੈ ਕਿ ਜੜ ਤੋਂ ਇਲਾਜ ਹੋ ਜਾਂਦਾ ਬਿਮਾਰੀ ਦਾ, ਪਰ ਥੋੜਾ ਲੰਬਾ ਸਮਾਂ ਸਾਨੂੰ ਇਹਦੇ ਨਾਲ ਰਹਿਣਾ ਪੈਂਦਾ ਹੈਗਾ ਆ। ਸੋ ਬਿਮਾਰੀ ਹੁਣ ਜਿਹੜੀ ਸਾਈਨਸ ਹੈ ਉਹ ਛੇਤੀ ਤੋਂ ਛੇਤੀ ਠੀਕ ਹੋ ਜਾਂਦੀ ਹੈ, ਕਿ ਕੋਈ ਪੀਰੀਅਡ ਹੈਗਾ ਕਿ ਜੇ ਅਸੀਂ ਹੋਮਿਓਪੈਥਿਕ ਦੀ ਦਵਾਈ ਸ਼ੁਰੂ ਕਰ ਲੈਂਦੇ ਆ ਤਾਂ ਇੰਨੇ ਟਾਈਮ ਬਾਅਦ ਜਿਹੜਾ ਸਾਈਨਸ ਆ ਉਹ ਜੜ ਤੋਂ ਖਤਮ ਹੋ ਜਾਊਗਾ? ਨਹੀਂ, ਇਹ ਡਿਪੈਂਡ ਕਰਦਾ ਹੈਗਾ ਅਰਸ਼ੀ ਵੀ ਕਿੰਨੀ ਕੁ ਪ੍ਰੋਬਲਮ ਹੈਗੀ ਆ। ਆਪਣੀ ਬਾਡੀ ਦੇ ਵਿੱਚ ਦੋ ਤਰ੍ਹਾਂ ਦੀਆਂ ਚੇਂਜਸ ਹੁੰਦੀਆਂ, ਜਿਹੜੀਆਂ ਕੁਝ ਚੇਂਜਸ ਹੁੰਦੀਆਂ ਰਿਵਰਸੀਬਲ ਚੇਂਜਸ, ਕੁਝ ਚੇਂਜਸ ਇਰੀਵਰਸੀਬਲ ਚੇਂਜਸ ਹੁੰਦੀਆਂ। ਇਰੀਵਰਸੀਬਲ ਚੇਂਜਸ ਦੇ ਵਿੱਚ ਨਾ ਕੋਈ ਹੋਮਿਓਪੈਥੀ ਨਾ ਕੋਈ ਵੈਸਟਰਨ ਮੈਡੀਕੇਸ਼ਨ ਕਈ ਕੁਛ ਨਹੀਂ ਕਰ ਸਕਦੇ ਹੁੰਦੇ। ਉਹਨਾਂ ਕੇਸਿਸ ਦੇ ਵਿੱਚ ਅਸੀਂ ਕੀ ਕਰ ਸਕਦੇ ਹੁੰਦੇ ਆ ਵੀ ਤੁਹਾਡੀ ਜਿਹੜੀ ਕੁਆਲਿਟੀ ਆਫ ਲਾਈਫ ਹੈ ਉਹ ਬੈਟਰ ਕਰ ਸਕਦੇ ਹੁੰਦੇ ਆ। ਪਰ ਜਿਹੜੀ ਸਾਈਨਸਿਸ ਹੈਗੀਆਂ ਜਾਂ ਸਾਈਨੋਸਾਈਟਿਸ ਹੈਗਾ ਜਾਂ ਸਾਈਨਸ ਹੈਡੇਕਸ ਹੈਗੇ ਆ, ਸਾਈਨਸ ਮਾਈਗ੍ਰੇਨਸ ਹੈਗੀਆਂ ਜਾਂ ਉਹ ਹੈਗੀਆਂ, ਮੋਸਟ ਆਫ ਦਾ ਥਿੰਗਸ ਆਰ ਟ੍ਰੀਟੇਬਲ। I would not use the word curable, but I would say treatable. Majority of the cases ਦੇ ਵਿੱਚ 15-20 ਦਿਨਾਂ ਦੇ ਵਿੱਚ, ਮਹੀਨੇ ਦੇ ਵਿੱਚ ਅਸੀਂ ਸਾਡੇ ਕੋਲ ਜਿੰਨੇ ਪੇਸ਼ੈਂਟ ਆਉਂਦੇ ਆ 90% of the cases ਜਾਂ 80% of the cases they feel relief, ਤੇ ਉਹ ਨੈਕਸਟ ਹੋਰ ਮਹੀਨਾ 2 ਮਹੀਨੇ ਦਵਾਈ ਲੈ ਕੇ ਉਹ ਬਿਲਕੁਲ ਉਹਨਾਂ ਦੇ ਜਿਹੜੀਆਂ ਸਾਈਨਸ ਦੀਆਂ ਪ੍ਰੋਬਲਮਸ ਆ ਕਾਫੀ ਹੱਦ ਤੱਕ ਠੀਕ ਹੋ ਜਾਂਦੀਆਂ। ਸੋ ਇਹ ਸਾਈਨਸ ਜਿਹੜਾ ਹੈ ਵਰਸਟ ਵੀ ਹੋ ਸਕਦਾ ਹੈ, ਕਿਉਂਕਿ ਕਈ ਵਾਰੀ ਸਾਈਨਸ ਦੇ ਰਿਲੇਟਡ ਸਰਜਰੀਜ਼ ਵੀ ਸਾਹਮਣੇ ਆਉਂਦੀਆਂ ਨੇ ਕਿ ਸਾਨੂੰ ਸਾਈਨਸ ਸੀ, ਇਹ ਬਹੁਤ ਬੈਡ ਹੋ ਗਿਆ, ਸਾਨੂੰ ਸਰਜਰੀ ਕਰਵਾਉਣੀ ਪਈ। ਸੋ ਸਰਜਰੀ ਕਿਹੜੇ ਟਾਈਮ ਦੇ ਉੱਤੇ, ਕਿਹੜੀ ਸਟੇਜ ਦੇ ਉੱਤੇ ਜਾ ਕੇ ਹੁੰਦੀ ਹੈ? ਨਹੀਂ, ਪਹਿਲਾਂ ਤਾਂ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਨਾਨ ਇਨਵੇਸਿਵ ਜਾਂ ਜਿਹੜੀ ਲੈਸ ਇਨਵੇਸਿਵ ਜਿਹੜੀ ਅਪਰੋਚ ਹੈ ਉਹ ਆਲਵੇਜ਼ ਬੈਟਰ ਹੈਗੀ ਆ, ਵੀ ਜੇ ਮੈਡੀਸਨਾਂ ਦੇ ਨਾਲ ਤੁਸੀਂ ਕਰ ਸਕਦੇ ਆ। ਕਈ ਸਟੇਜਸ ਦੇ ਵਿੱਚ ਹੁੰਦਾ ਵੀ ਸਾਈਨਸਿਸ ਟੋਟਲੀ ਬਲੌਕ ਹੋ ਜਾਂਦੀਆਂ, ਉਹਨਾਂ ਦੇ ਵਿੱਚ ਬੈਕਟੀਰੀਆਜ਼ ਜਮ੍ਹਾਂ ਹੋ ਜਾਂਦੇ ਹੈਗੇ ਆ ਜਿਹੜੇ ਕਿ ਬਾਹਰ ਨਹੀਂ ਨਿਕਲ ਸਕਦੇ ਹੁੰਦੇ। ਉਹਨਾਂ ਕੇਸਿਸ ਦੇ ਵਿੱਚ ਕੀ ਹੁੰਦਾ, ਫਿਰ ਤੁਹਾਨੂੰ ਫਿਜ਼ੀਕਲੀ ਯੂ ਹੈਵ ਟੂ ਰੀਚ ਦੇਅਰ ਇਨ ਆਰਡਰ ਟੂ ਡਰਿਲ ਦੈਟ ਓਪਨਿੰਗ ਅਗੇਨ, ਕਿਉਂਕਿ ਉਹ ਜਿਹੜੀਆਂ ਓਪਨਿੰਗ ਹੈ ਉਹ ਕਈ ਕੇਸਿਸ ਦੇ ਵਿੱਚ ਉਹ ਮਿਊਕਸ ਦੇ ਨਾਲ ਡਰਾਈ ਹੋ ਕੇ ਤੇ ਉਹ ਬੰਦ ਹੋ ਜਾਂਦੀਆਂ, ਤੇ ਉਹ ਬੰਦੇ ਨੂੰ ਫਿਰ ਨੁਕਸਾਨ ਹੋਣ ਦਾ ਵੀ ਖਤਰਾ ਹੁੰਦਾ। ਸਮੈਲ ਸੈਂਸ ਚਲੀ ਜਾਂਦੀ ਹੈ, ਜਾਂ ਕਈ ਵਾਰੀ ਤੁਹਾਡੀ ਜਿਹੜੀਆਂ ਆਪਟਿਕ ਨਰਵ ਹੈ ਉਹਦੇ ਨੇੜੇ ਹੀ ਪੈਚੂਟਰੀ ਗਲੈਂਡ ਦੇ ਨੇੜੇ ਹੈਗੀਆਂ, ਅਗਰ ਬਹੁਤ ਹੀ ਜ਼ਿਆਦਾ ਸਵੀਅਰ ਇਨਫੈਕਸ਼ਨ ਹੋ ਜਾਂਦੀ ਹੈਗੀ ਆ, ਉਹਨਾਂ ਕੇਸਿਸ ਦੇ ਵਿੱਚ ਰਿਸਕ ਹੁੰਦਾ। ਜਾਂ ਅਗਰ ਤੁਹਾਨੂੰ ਕੋਈ ਡਬਲ ਵਿਜ਼ਨ ਹੈਗਾ ਜਾਂ ਕੋਈ ਹੋਰ ਉਸ ਤਰ੍ਹਾਂ ਦੇ ਵਿਜ਼ੂਅਲ ਰਿਲੇਟਡ ਇਸ਼ੂਜ਼ ਹੈਗੇ ਆ, that is the time to address that quickly. ਉਹਨਾਂ ਕੇਸਿਸ ਦੇ ਵਿੱਚ ਕੀ ਹੁੰਦਾ ਹੈਗਾ, ਫਿਰ ਉਹ ਤੁਹਾਡੇ ਜਿਹੜੇ ਸਰਜਨਸ ਹੁੰਦੇ ਆ ਉਹ ਡਰਿਲ ਕਰਦੇ ਹੈਗੇ ਆ ਤੁਹਾਡੇ ਸਾਈਨਸ ਦੇ ਏਰੀਏ ਦੇ ਵਿੱਚ ਜਾ ਕੇ, ਉਹ ਫਿਰ ਓਪਨਿੰਗ ਨੂੰ ਦੁਬਾਰਾ ਖੋਲ ਦਿੰਦੇ ਆ ਤੇ ਉਹਦੀ ਫੰਕਸ਼ਨੈਲਿਟੀ ਫਿਰ ਉਹ ਹੋ ਜਾਂਦੀ ਹੈ, ਵਾਪਸ ਆ ਜਾਂਦੀ ਹੈ ਜੀ। ਬਿਲਕੁਲ ਡਾਕਟਰ ਗਿੱਲ, ਤੇ ਨਾਲ ਹੋਰ ਕੀ ਕੁਝ ਹੈਲਪ ਕਰ ਸਕਦਾ ਸਾਈਨਸ ਵਾਲੇ ਪੇਸ਼ੈਂਟ ਨੂੰ ਜਿਹਨੂੰ ਸਾਈਨਸ ਡੀਲ ਕਰਨਾ? ਜਿਹੜੇ ਜਿੰਨੇ ਵੀ ਪੇਸ਼ੈਂਟ ਹੈਗੇ ਆ ਜੀ ਮੇਰੇ ਕੋਲੇ ਆਉਂਦੇ ਆ, ਉਹਨਾਂ ਨੂੰ ਦਵਾਈ ਦੇਣ ਦੇ ਨਾਲ
ਅਸੀਂ ਉਹਨਾਂ ਨੂੰ ਰਿਕਮੈਂਡ ਕਰਦੇ ਹੈਗੇ ਆ ਵੀ ਜਿਹੜੀ ਨੀਤੀ ਇਸ ਦਾ ਜਿਹੜੀ ਜਲ ਨੀਤੀ ਜਿਹੜਾ ਕਾਫੀ ਪੁਰਾਣੀ ਆਪਣੇ ਆਯੁਰਵੇਦਾ ਦੇ ਵਿੱਚ ਵੀ ਵਰਤੀ ਜਾਂਦੀ ਹੈ, ਇੱਥੇ ਉਹਨਾਂ ਨੇ ਥੋੜਾ ਜਿਹਾ ਉਹਨੂੰ ਮੋਡੀਫਾਈ ਕਰ ਲਿਆ ਹੈਗਾ। ਉਹ ਨੀਤੀ ਪੌਟ ਵਗੈਰਾ ਇੱਥੇ ਤੁਹਾਡੇ ਜਿਵੇਂ ਸਟੋਰਸ ਹੈਗੇ ਆ, ਜਿਹੜੇ ਫਾਰਮੇਸੀਜ਼ ਵਾਲੇ ਸਟੋਰਸ ਹੈਗੇ ਆ, ਲੰਡਨ ਡਰੱਗ ਹੈਗਾ ਜਾਂ ਇੱਥੇ CVS ਫਾਰਮੇਸੀ ਆ ਜਾਂ ਸਾਡੇ ਵਾਲਗ੍ਰੀਨਸ ਹੈਗੇ ਆ, ਉਹਨਾਂ ਦੇ ਅਵੇਲੇਬਲ ਹੈਗੇ ਜਿਹੜੇ ਨੀਤੀ ਪੌਟ। ਇੱਕ ਕੇਤਲੀ ਵਰਗਾ ਕੋਈ ਉਹ ਬਰਤਨ ਜਿਹਾ ਹੁੰਦਾ, ਉਹ ਤੁਸੀਂ ਯੂ ਕੈਨ ਟੇਕ ਦਾ ਵਾਟਰ ਫਰੋਮ ਵਨ ਨੋਸਟਿਲ ਤੇ ਦੂਸਰੇ ਨੱਕ ਦੇ ਥਾਣੀ ਦੀ ਉਹ ਪਾਣੀ ਕੱਢਦੇ ਆ, ਉਹਦੇ ਨਾਲ ਉਹ ਪੈਕਟ ਜੇ ਵੀ ਆਉਂਦੇ ਜਿਨ੍ਹਾਂ ਦੇ ਵਿੱਚ ਉਹ ਲੂਣ ਜੇ ਵਰਗਾ ਤੇ ਸੋਡੇ ਜੇ ਵਰਗਾ ਇੱਕ ਉਹ ਕੈਮੀਕਲ ਹੁੰਦਾ, ਉਹ ਤੁਸੀਂ ਪਾਣੀ ਦੇ ਵਿੱਚ ਘੋਲ ਲੈਣਾ ਔਰ ਗਰਮ ਕੋਸਾ ਜਿਹਾ ਪਾਣੀ ਲੈ ਕੇ ਉਹ ਤੁਸੀਂ ਡੇਲੀ ਕਰਦੇ ਆ ਤਾਂ ਉਹਦੇ ਨਾਲ ਤੁਹਾਡਾ ਇੱਕ ਕਿਸਮ ਦਾ ਨੇਜ਼ਲ ਰਿੰਸ ਹੋ ਜਾਂਦਾ। ਉਹਦੇ ਨਾਲ ਕੀ ਹੁੰਦਾ ਹੈਗਾ, ਕੋਈ ਤੁਸੀਂ ਐਲਰਜਨਸ ਹੈ ਤੁਹਾਡੇ, ਜੋ ਕੋਈ ਡਸਟ ਪਾਰਟੀਕਲ ਹੈ ਜਾਂ ਕੋਈ ਹੋਰ ਹੈ ਜਿਹੜੇ ਪੈਥੋਜਨਸ ਹੈ, ਉਹ ਤੁਸੀਂ ਟੋਟਲੀ ਵਾਸ਼ ਆਊਟ ਕਰ ਦਿੰਦੇ ਹੈਗੇ ਆ ਤੇ ਉਹਦੇ ਨਾਲ ਕਾਫੀ ਰਿਲੀਫ ਮਿਲਦਾ ਹੈਗਾ। ਕੁਛ ਜਿਹੜੇ ਗੁੱਡ ਸਪਲੀਮੈਂਟ ਹੈਗੇ ਆ ਜਿਸ ਤਰ੍ਹਾਂ ਬ੍ਰੋਮੋਲਿਨ ਹੋਇਆ, ਕਰਸਾਟਿਨ ਹੋਇਆ, ਵਿਟਾਮਿਨ C ਹੋਇਆ, ਜਿਹੜੇ ਇਹ ਬਹੁਤ ਵਧੀਆ ਮਤਲਬ ਹੈਗੇ ਆ। ਇੱਕ ਅਸੀਂ ਰਿਕਮੈਂਡ ਕਰ ਦਿੰਦੇ ਹਾਂ ਵੀ ਵਿੰਟਰ ਦੇ ਮੰਥ ਦੇ ਵਿੱਚ ਤੁਸੀਂ ਜ਼ਰੂਰ ਹਿਊਮਿਡੀਫਾਇਰ ਲਾਇਆ ਕਰੋ, ਕਿਉਂਕਿ ਜਿਹੜੀ ਡਰਾਈ ਹੀਟ ਹੈਗੀ ਆ ਉਹ ਤੁਹਾਡੇ ਨੇਜ਼ਲ 에ਅਰਵੇਜ਼ ਨੂੰ ਜਾਂ ਜਿਹੜੇ ਮਿਊਕਸ ਮੈਂਬਰਸ ਨੂੰ ਡਰਾਈ ਕਰਦੀ ਹੈਗੀ ਆ। ਉਹਦੇ ਵਾਸਤੇ ਜੇ ਅਗਰ ਹਿਊਮਿਡ ਰੱਖੋਗੇ ਤਾਂ ਉਹਨਾਂ ਦੀ ਜਿਹੜੀ ਮਿਊਕਸ ਮੈਂਬਰੇਨ ਦੀ ਜਿਹੜੀ ਆ ਉਹ ਜਿਹੜੀ ਫੰਕਸ਼ਨੈਲਿਟੀ ਆ ਉਹ ਪੂਰੀ ਤਰ੍ਹਾਂ ਕਾਇਮ ਰਹਿੰਦੀ ਹੈਗੀ ਆ ਤੇ ਉਹਨਾਂ ਦੀ ਜਿਹੜੀ ਬਿਮਾਰੀਆਂ ਨਾਲ ਟਾਕਰਾ ਕਰਨ ਦੀ ਸ਼ਕਤੀ ਹੈ, ਜਿਹੜੇ ਉਹਨਾਂ ਦੇ ਫੰਕਸ਼ਨ ਹੈਗੇ ਆ ਉਹ ਪੂਰੀ ਤਰ੍ਹਾਂ ਕੰਮ ਕਰਦੇ ਰਹਿੰਦੇ ਆ ਤੇ ਪ੍ਰੋਬਲਮਸ ਘੱਟ ਆਉਂਦੀਆਂ ਹੈਗੀਆਂ। ਜੀ ਬਿਲਕੁਲ ਡਾਕਟਰ ਗਿੱਲ, ਤੁਸੀਂ ਦੱਸਿਆ ਕਿ ਕਿਸ ਤਰ੍ਹਾਂ ਅਸੀਂ ਡੀਲ ਕਰ ਸਕਦੇ ਹੈਗੇ ਆ ਸਾਈਨਸ ਨੂੰ, ਤੇ ਜਿਹੜੇ ਪੇਸ਼ੈਂਟ ਹੈਗੇ ਆ ਜਿਹੜੇ ਦੇਖ ਰਹੇ ਨੇ ਸਾਡਾ ਪ੍ਰੋਗਰਾਮ, ਤੇ ਉਮੀਦ ਕਰਦੇ ਹਾਂ ਕਿ ਹੈਲਪਫੁਲ ਹੋਊਗਾ ਉਹਦੇ ਲਈ ਇਹ ਸਾਰੀ ਇਨਫੋਰਮੇਸ਼ਨ। ਤੇ ਤੁਹਾਡਾ ਥੈਂਕ ਯੂ ਕਿ ਤੁਸੀਂ ਹਮੇਸ਼ਾ ਸਾਨੂੰ ਇਦਾਂ ਦੀ ਇਨਫੋਰਮੇਸ਼ਨ ਦਿੰਦੇ ਰਹਿੰਦੇ ਹੋ। ਕੀ ਕਹਿਣਾ ਚਾਹੁੰਦੇ ਆ ਵਿਊਅਰਸ ਨੂੰ? ਮਿਹਰਬਾਨੀ ਜੀ, ਔਰ ਇਹੀ ਹੈਗਾ ਜੀ ਆਪਣੀ ਸਿਹਤ ਦਾ ਖਿਆਲ ਰੱਖੋ, ਆਪਣੇ ਜਿਹੜੇ ਆਲੇ ਦੁਆਲੇ ਉਹਨਾਂ ਦੀ ਸਿਹਤ ਦਾ ਖਿਆਲ ਰੱਖੋ। ਸਟੇ ਸੇਫ ਜੀ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਓਕੇ। ਬਿਲਕੁਲ, ਅੱਜ ਗੱਲਬਾਤ ਹੋਈ ਡਾਕਟਰ ਹਰਮਿੰਦਰ ਗਿੱਲ ਦੇ ਨਾਲ, ਜੋ ਕਿ ਕੈਲੀਫੋਰਨੀਆ ਸਨੀਵਿਲ ਤੋਂ ਨੇ, ਤੇ ਉਹਨਾਂ ਨੇ ਬਹੁਤ ਸਾਰੀ ਇਨਫੋਰਮੇਸ਼ਨ ਸਾਡੇ ਨਾਲ ਸਾਂਝੀ ਕੀਤੀ ਹੈ ਤੇ ਅਸੀਂ ਤੁਹਾਡੇ ਲਈ ਹਰ ਹਫਤੇ ਇਸ ਤਰ੍ਹਾਂ ਹੀ ਪ੍ਰੋਗਰਾਮ ਲੈ ਕੇ ਆਉਂਦੇ ਰਵਾਂਗੇ। ਤੁਸੀਂ ਦੇਖਦੇ ਰਹੋ ਸਾਂਝਾ TV ਤੇ। ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।